ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਨਿਰਮਲ ਸੰਪਰਦਾਇ ਦੇ ਮਹਾਂਪੁਰਖ ਹੋਏ ਨੇ ਠਾਕੁਰ ਨਿਹਾਲ ਸਿੰਘ ਜੀ, ਜਿਨ੍ਹਾਂ ਨੂੰ ਪੰਡਤ ਨਿਹਾਲ ਸਿੰਘ ਵੀ ਕਿਹਾ ਜਾਂਦਾ, ਬੋਹਾ ਖਾਲਸਾ ਵਾਲੇ। ਇਹਨਾਂ ਦੀ ਜੀਵਨੀ ਨੂੰ ਜਦੋਂ ਮੈਂ ਬਹੁਤ ਥੋੜੀ ਜਿਹੀ ਵਾਚਣ ਲਈ ਮਿਲੀ, ਮੈਂ ਦੇਖਿਆ ਤੇ ਹੈਰਾਨ ਰਹਿ ਗਿਆ ਵੀ ਇੰਨੇ ਜ਼ਿਆਦਾ ਵਿਦਵਾਨ ਮਹਾਂਪੁਰਖ, ਜਿਨ੍ਹਾਂ ਨੇ ਜਾਪ ਸਾਹਿਬ ਦਾ ਜਦੋਂ ਟੀਕਾ ਕੀਤਾ ਨਾ, ਸਟੀਕ ਕੀਤੀ, ਉਹਦਾ ਉਹਨਾਂ ਨੇ ਨਾਮ ਰੱਖਿਆ ਸੀ ਚੱਕਰਧਾਰ ਚਰਿੱਤਰ ਚਾਰ ਚੰਦਰ ਕਾ ਟੀਕਾ। ਇਹ ਟੀਕਾ ਉਹਨਾਂ ਨੇ ਤਕਰੀਬਨ 1898 ਈਸਵੀ ਦੇ ਵਿੱਚ ਕੀਤਾ, ਔਰ ਇਹ ਉਸ ਸਮੇਂ 600 ਪੇਜ ਦੇ ਵਿੱਚ ਉਹਨਾਂ ਨੇ ਜਾਪ ਸਾਹਿਬ ਦੀ ਜਿਹੜੀ ਵਿਆਖਿਆ ਕੀਤੀ ਸੀ। ਐਂਗਲੋ ਸੰਸਕ੍ਰਿਤ ਪ੍ਰੈਸ ਲਾਹੌਰ, ਇਹਨਾਂ ਨੇ ਇਹਨੂੰ ਪ੍ਰਕਾਸ਼ਿਤ ਕੀਤਾ ਸੀ। ਅੱਜ ਕੱਲ੍ਹ ਇਹ ਸਾਰੇ ਜਿਹੜੇ ਆ ਦੁਰਲਭ ਨੇ, ਮਿਲਦੇ ਨਹੀਂ ਹੈ, ਬਹੁਤ ਔਖੇ ਹੈ। ਔਰ ਇੱਕ ਹੋਰ ਅਪ੍ਰਕਾਸ਼ਿਤ ਹੈ, ਅਜੇ ਇੱਕ ਇਹਨਾਂ ਦੀ ਹੋਰ ਇੱਕ ਪੁਸਤਕ ਹੈ, ਉਹ ਵੀ ਪ੍ਰਕਾਸ਼ਿਤ ਨਹੀਂ ਹੈ। ਫਿਰ ਗੁਰਬਿਲਾਸ ਗੁਰੂ ਗੋਬਿੰਦ ਸਿੰਘ ਸਾਹਿਬ, 10ਵੇਂ ਪਾਤਸ਼ਾਹ ਮਹਾਰਾਜ ਦੀ ਇਹਨਾਂ ਨੇ ਸਿਫਤ ਲਿਖੀ, ਉਹ ਵੀ ਅਜੇ ਪ੍ਰਕਾਸ਼ ਨਹੀਂ ਹੋਈ ਹੈ, ਅਜੇ ਉਹ ਪ੍ਰਿੰਟ ਆਊਟ ਨਹੀਂ ਹੋਈ ਹੈ। ਤੋ ਇਹਨਾਂ ਨੇ ਉਹਦੇ ਵਿੱਚ ਨਾ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦਾ ਮਹਾਤਮ ਵਰਣਨ ਕਰਦਿਆਂ ਇੱਕ ਲਿਖੀਆਂ ਲਾਈਨਾਂ, ਕਹਿੰਦੇ ਤੇਜ ਭਰੀ ਸ਼ਾਂਤ ਭਰੀ, ਦੇਵੀ ਗੁਣ ਭਾਂਤ ਭਰੀ, ਆਛੀ ਬਹੁ ਭਾਂਤ ਭਰੀ, ਗਿਆਨ ਕੇ ਸਮਾਜ ਕੀ, ਈਸਾ ਗੁਣਾਵਾਦ ਭਰੀ, ਵੇਦ ਕੀ ਮਰਿਆਦ ਭਰੀ, ਅੰਮ੍ਰਿਤ ਸੋ ਸਵਾਦ ਭਰੀ, ਰਛਕ ਹੈ ਲਾਜ ਕੀ, ਭਾਵ ਭਰੀ ਭਗਤ ਭਰੀ। ਇਹਦੇ ਵਿੱਚ ਭਾਵਨਾ ਵੀ ਹੈ, ਭਗਤੀ ਵੀ ਹੈ। ਉਜ ਭਰੀ ਸ਼ਕਤ ਭਰੀ, ਭਾਰੀ ਅਨੁਰਕਤ ਭਰੀ, ਤਵਸਨੀ ਕੁਪਾਜ ਕੀ, ਰਾਗ ਭਰੀ ਯੋਗ ਭਰੀ, ਭਾਗ ਭਰੀ ਭੋਗ ਭਰੀ, ਪੁੰਨ ਮੈਂ ਪ੍ਰਯੋਗ ਬਾਣੀ ਗ੍ਰੰਥ ਮਹਾਰਾਜ ਕੀ। ਸੋ ਇਹਨਾਂ ਮਹਾਂਪੁਰਖਾਂ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੀ ਜਿਹੜੀ ਬਾਣੀ ਹੈ, ਉਹਨੂੰ ਸਮਰਪਿਤ ਆਪਣਾ ਜੀਵਨ ਕੀਤਾ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਆਸ਼ੇ ਦੇ ਅਨੁਸਾਰ ਇਹ ਜੀਵੇ। ਇਹਨਾਂ ਦੇ ਜੀਵਨ ਦੀ ਇੱਕ ਬੜੀ ਸੋਹਣੀ ਘਟਨਾ ਮਿਲਦੀ ਹੈ। ਇੱਕ ਵਾਰ ਆਰਿਆ ਸਮਾਜੀ ਜਿਹੜੇ ਦਇਆਨੰਦ ਸੀ, ਉਹ ਅੰਮ੍ਰਿਤਸਰ ਸਾਹਿਬ ਆਏ ਤੇ ਉੱਥੇ ਠਾਕੁਰ ਨਿਹਾਲ ਸਿੰਘ ਜੀ, ਪੰਡਤ ਜੀ ਬੋਹਾ ਖਾਲਸਾ ਵਾਲੇ, ਇਹ ਵੀ ਬੈਠੇ ਹੋਏ ਸੀ। ਤਾਂ ਉਹਨੇ ਦਇਆਨੰਦ ਨੇ ਬੜੇ ਜ਼ਿਆਦਾ ਹੰਕਾਰ ਦੇ ਵਿੱਚ ਘੋਸ਼ਣਾ ਕੀਤੀ ਵੀ ਤੁਸੀਂ ਆਪਣੇ ਆਪ ਨੂੰ ਖਾਲਸੇ ਦਾ ਕਹਾਉਂਦੇ ਹੋ, ਪਰ ਕਹਿੰਦਾ ਮੈਂ ਬੜੇ ਦਾਅਵੇ ਨਾਲ ਕਹਿ ਸਕਦਾ ਵੀ ਤੁਹਾਡੇ ਵਿੱਚ ਕੋਈ ਐਵੇਂ ਦਾ ਨਹੀਂ ਹੋਣਾ ਜਿਹੜਾ ਖਾਲਸਾ ਸ਼ਬਦ ਦਾ ਯਥਾਰਥ ਅਰਥ ਕਰ ਸਕੇ, ਵੀ ਖਾਲਸੇ ਦਾ ਭਾਵ ਕੀ ਹੈ। ਜੇ ਆਪਾਂ ਗੁਰਮਤਿ ਮਾਰਤੰਡ ਗ੍ਰੰਥ ਨੂੰ ਵੇਖੀਏ ਤਾਂ ਖਾਲਸੇ ਦਾ ਭਾਵ ਹੁੰਦਾ ਹੈ, ਜਿਵੇਂ ਆਪਾਂ ਥੋੜਾ ਜਿਹਾ ਦੁਆਬੇ ਵੱਲ ਜਾਈਏ, ਉਧਰ ਪਿੰਡ ਪੈ ਜਾਂਦੇ ਹੈ, ਮੁੱਤੀਪੁਰ ਖਾਲਸਾ, ਉੱਪਲ ਖਾਲਸਾ। ਤਾਂ ਇਹਨਾਂ ਪਿੰਡਾਂ ਨਾਲ ਖਾਲਸਾ ਕਿਉਂ ਲੱਗਿਆ? ਖਾਲਸ ਦਾ ਭਾਵ ਹੈ ਉਹ ਜ਼ਮੀਨ ਜਿਹਦਾ ਡਾਇਰੈਕਟ ਸੰਬੰਧ ਸੈਂਟਰ ਦੇ ਨਾਲ ਹੈ, ਬਾਦਸ਼ਾਹ ਦੀ ਜਿਹਦੀ ਮਲਕੀਅਤ ਹੋਏ, ਕੋਈ ਆਮ ਖਾਸ ਉਹਦੇ ਤੇ ਆਪਣਾ ਦਾਵਾ ਨਹੀਂ ਜਤਾ ਸਕਦਾ, ਉਹਨੂੰ ਖਾਲਸ ਬੋਲੀਦਾ। ਤੇ ਮਹਾਰਾਜ ਸਾਹਿਬ ਨੇ ਖਾਲਸਾ ਸ਼ਬਦ ਦਿੱਤਾ ਵੀ ਖਾਲਸੇ ਦਾ ਜਿਹੜਾ ਸੰਬੰਧ ਹੈ ਉਹ ਸਿੱਧਾ ਪਰਮੇਸ਼ਵਰ ਨਾਲ ਹੈ, ਪਰਮਾਤਮਾ ਨਾਲ ਹੈ। ਇਸੇ ਲਈ ਮਹਾਰਾਜ ਨੇ ਆਖਿਆ ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ, ਖਾਲਸਾ ਅਕਾਲ ਪੁਰਖ ਕੀ ਫੌਜ। ਬੜੇ ਸੋਹਣੇ ਬਚਨ ਮਹਾਰਾਜ ਨੇ ਕੀਤੇ ਆ। ਕਹਿੰਦੇ ਖਾਲਸਾ ਹੋਏ ਖੁਦ ਖੁਦਾ, ਜਿਮ ਖੂਬੀ ਖੂਬ ਖੁਦਾਏ, ਆਨ ਨਾ ਮਾਨੇ ਆਨ ਕੀ, ਬਿਨ ਸੱਚੇ ਪਾਤਸ਼ਾਹੇ। ਕਹਿੰਦੇ ਇੱਕ ਸੱਚੇ ਪਾਤਸ਼ਾਹ ਦਾ ਪ੍ਰਭਾਵ ਕਬੂਲਦਾ ਹੈ ਜੀ, ਹੋਰ ਨਹੀਂ ਕਿਸੇ ਦਾ। ਤਾਂ ਜਦੋਂ ਆਰਿਆ ਸਮਾਜੀ ਦਇਆਨੰਦ ਨੇ ਇਹ ਗੱਲ ਕਹੀ ਵੀ ਤੁਹਾਡੇ 'ਚ ਕੋਈ ਵੀ ਐਸਾ ਨਹੀਂ ਹੋਣਾ ਜਿਹੜਾ ਖਾਲਸੇ ਸ਼ਬਦ ਦੇ ਅਰਥ ਕਰ ਦਵੇ, ਵਿਆਖਿਆ ਕਰ ਦਵੇ, ਕਹਿੰਦਾ ਜੇ ਕੋਈ ਸਿੱਖ ਹੈਗਾ ਤਾਂ ਮੈਂ ਕੱਲ ਇਸੇ ਥਾਂ ਤੇ ਹੀ ਉਹਦੇ ਨਾਲ ਵਿਚਾਰ ਕਰਨ ਵਾਸਤੇ ਤਿਆਰ ਹਾਂ। ਹੰਕਾਰ ਨਾਲ ਕਿਹਾ ਤੇ ਜਾਂਦਾ ਜਾਂਦਾ ਕਹਿੰਦਾ ਹੈ ਮੈਨੂੰ ਨਿਸ਼ਚਾ ਹੈ ਤੁਹਾਡੇ ਵਿੱਚ ਕੋਈ ਵੀ ਐਸਾ ਨਹੀਂ ਹੋਣਾ ਜਿਹੜਾ ਕੱਲ ਮੇਰੇ ਨਾਲ ਇਸ ਸ਼ਬਦ ਦੇ ਉੱਤੇ ਵਿਚਾਰ ਕਰ ਸਕੇ। ਉੱਥੇ ਸਾਧ ਸੰਗਤ ਜੀ, ਪੰਡਤ ਨਿਹਾਲ ਸਿੰਘ ਜੀ ਮਹਾਂਪੁਰਖ ਬੈਠੇ ਸੀ, ਨਿਰਮਲੇ ਮਹਾਂਪੁਰਖ। ਕਹਿੰਦੇ ਪੁਰਾਣੇ ਜੇ ਵਸਤਰ ਪਾਏ ਹੋਏ ਆ। ਇੰਗਲਿਸ਼ ਦੀ ਇੱਕ ਕਹਾਵਤ ਹੈ, ਡੂ ਨਾਟ ਜੱਜ ਏ ਬੁੱਕ ਫਰੋਮ ਹਿਜ਼ ਆਊਟਰ ਕਵਰ। ਕਿਸੇ ਕਿਤਾਬ ਨੂੰ ਨਾ ਤੁਸੀਂ ਜੀ ਉਹਦੇ ਜਿਹੜਾ ਬਾਹਰ ਦਾ ਕਵਰ ਹੈ ਉੱਥੋਂ ਜੱਜ ਕਰਨ ਦੀ ਕੋਸ਼ਿਸ਼ ਨਾ ਕਰੋ, ਪਤਾ ਨਹੀਂ ਉਹਦੇ ਵਿੱਚ ਕੀ ਹੈ। ਕਦੇ ਕਿਸੇ ਨੂੰ ਉਹਦੇ ਕੱਪੜਿਆਂ ਤੋਂ, ਉਹਦੇ ਲਿਬਾਸ ਤੋਂ, ਉਹਦੇ ਰੰਗ ਰੂਪ ਤੋਂ, ਪਹਿਰਾਵੇ ਤੋਂ ਉਹਦਾ ਮਾਪਦੰਡ ਨਾ ਲਾਓ ਵੀ ਇਹ ਕਿਵੇਂ ਦਾ ਹੋ ਸਕਦਾ। ਤੇ ਪੰਡਤ ਜੀ ਕਹਿਣ ਲੱਗੇ
ਕਹਿੰਦੇ ਵੀ ਮੈਂ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ, ਸਿੱਖ ਦਾਵਾ ਨਹੀਂ ਕਰਦਾ ਵੀ ਮੈਂ ਕੁਝ ਕਰ ਸਕਦਾ, ਕਹਿੰਦੇ ਮੈਂ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਕੱਲ ਨੂੰ ਤੁਹਾਡੇ ਨਾਲ ਇਸ ਸ਼ਬਦ ਦੇ ਉੱਤੇ ਵਿਚਾਰ ਕਰਨ ਵਾਸਤੇ ਤਿਆਰ ਹਾਂ। ਮਨ ਚ ਹੁੰਦਾ ਹੈ ਵੀ ਜੇ ਅੱਜ ਕਿਸੇ ਨੇ ਇਹਨੂੰ ਜਵਾਬ ਨਾ ਦਿੱਤਾ, ਇਹ ਕਹੇਗਾ ਵੀ ਉੱਥੇ ਕਿਸੇ ਨੇ ਮੇਰੀ ਗੱਲ ਦਾ ਜਵਾਬ ਹੀ ਨਹੀਂ ਦਿੱਤਾ, ਕਿਸੇ ਨੇ ਇਸ ਸ਼ਬਦ ਨੂੰ ਸਪਸ਼ਟ ਹੀ ਨਹੀਂ ਕੀਤਾ। ਤਾਂ ਦਇਆਨੰਦ ਨੂੰ ਕਹਿਣ ਲੱਗੇ, ਆਰੀਆ ਸਮਾਜੀ ਨੂੰ, ਵੀ ਕੱਲ ਨੂੰ ਇੱਥੇ ਮੈਂ ਤੇਰੇ ਨਾਲ ਵਿਚਾਰ ਕਰਨ ਵਾਸਤੇ ਆਪਣੇ ਗੁਰੂ ਦੀ ਕਿਰਪਾ ਦੇ ਨਾਲ ਤਿਆਰ ਹਾਂ, ਤੂੰ ਦੱਸ ਵੀ ਕਿਸ ਸਮੇਂ ਆਉਣਾ। ਤਾਂ ਸਾਧ ਸੰਗਤ ਜੀ ਕਹਿੰਦੇ ਵੀ ਜਦੋਂ ਹੁਣ ਪੰਡਿਤ ਜੀ ਆਪਣੇ ਪਾਵਨ ਸਥਾਨ ਤੇ ਆ ਗਏ, ਜਿੱਥੇ ਰਹਿਣ ਬਸੇਰਾ ਸੀ ਉੱਥੇ ਆ ਗਏ, ਆ ਕੇ 10ਵੇਂ ਪਾਤਸ਼ਾਹ ਮਹਾਰਾਜ ਸਾਹਿਬ ਦਾ ਧਿਆਨ ਧਰ ਕੇ ਬੈਠ ਜਾਂਦੇ ਐ। ਤੇ ਰਾਤੋਂ ਰਾਤ ਉਹਨਾਂ ਨੇ, ਜਿਵੇਂ ਭਰਤਰੀ ਜੀ ਨੇ ਵੈਰਾਗ ਸ਼ਤਕ ਗ੍ਰੰਥ ਲਿਖਿਆ ਨਾ, ਨੀਤੀ ਸ਼ਤਕ ਲਿਖਿਆ, ਸ਼ਿੰਗਾਰ ਸ਼ਤਕ ਲਿਖਿਆ, ਇਸੇ ਤਰ੍ਹਾਂ ਹੀ ਬੋਹਾ ਖਾਲਸਾ ਵਾਲੇ ਇਹਨਾਂ ਮਹਾਂਪੁਰਖਾਂ ਨੇ, ਪੰਡਿਤ ਠਾਕੁਰ ਨਿਹਾਲ ਸਿੰਘ ਜੀ ਨੇ ਖਾਲਸਾ ਸ਼ਤਕ ਰਾਤੋਂ ਰਾਤ ਸੰਸਕ੍ਰਿਤ ਦਾ ਇੱਕ ਗ੍ਰੰਥ ਲਿਖ ਦਿੱਤਾ, ਰਾਤੋਂ ਰਾਤ। ਤੇ ਅਗਲੇ ਦਿਨ ਉਹ ਜਿਹੜੇ ਸੰਸਕ੍ਰਿਤ ਦੇ ਵਿੱਚ 100 ਜਿਹੜੇ ਸ਼ਲੋਕ ਲਿਖੇ ਸੀ ਨਾ ਜੀ, ਉਹ ਲੈ ਕੇ ਨਿਯਤ ਥਾਂ ਦੇ ਉੱਤੇ ਪਹੁੰਚ ਗਏ। ਪੰਡਤ ਦਇਆਨੰਦ ਵੀ ਆਇਆ, ਜਦੋਂ ਉਹਨੇ ਵੇਖਿਆ, ਉਹਨੇ ਸੋਚਿਆ ਵੀ ਇਹ ਕੋਈ ਪੰਜਾਬੀ ਦੀਆਂ 2 ਲਾਈਨਾਂ ਬੋਲਣਗੇ, ਫਿਰ ਬੈਠ ਜਾਊਗਾ ਬਸ। ਪਰ ਜਦੋਂ ਠਾਕੁਰ ਜੀ ਨੇ, ਪੰਡਤ ਜੀ ਨੇ ਫਤਿਹ ਬੁਲਾ ਕੇ ਖਾਲਸਾ ਸ਼ਤਕ ਬੋਲਣਾ ਸ਼ੁਰੂ ਕੀਤਾ ਨਾ ਸੰਸਕ੍ਰਿਤ ਦੇ ਵਿੱਚ, ਤਾਂ ਦਇਆਨੰਦ ਦਾ ਜਿਹੜਾ ਹੰਕਾਰ ਸੀ ਉਹ ਚੂਰੋ ਚੂਰ ਹੋ ਗਿਆ। ਉੱਠ ਕੇ ਬੋਲਦਾ ਹੈ, ਕਹਿੰਦਾ ਮੈਂ ਸੋਚਿਆ ਸੀ ਵੀ ਇਹਨਾਂ ਸਿੱਖਾਂ ਦੇ ਵਿੱਚ ਕੋਈ ਵਿਦਵਾਨ ਨਹੀਂ ਹੋਣਾ, ਪਰ ਕਹਿੰਦਾ ਮੈਂ ਹੈਰਾਨ ਹੋ ਗਿਆ ਵੀ ਰਾਤੋਂ ਰਾਤ ਹੀ ਇੱਕ ਗ੍ਰੰਥ ਲਿਖ ਦਿੱਤਾ, ਵੀ ਐਡੇ ਐਡੇ ਵੱਡੇ ਇੱਥੇ ਵਿਦਵਾਨ ਬੈਠੇ ਹੋਏ ਐ, ਮਹਾਂਪੁਰਖ ਬੈਠੇ ਹੋਏ ਐ। ਤੋ ਪੰਡਤ ਨਿਹਾਲ ਸਿੰਘ ਜੀ ਨੇ ਉਸ ਸਮੇਂ ਦਇਆਨੰਦ ਦਾ ਜਿਹੜਾ ਹੰਕਾਰ ਸੀ ਉਹਨੂੰ ਤੋੜਿਆ, ਜਿੱਤ ਪ੍ਰਾਪਤ ਕੀਤੀ, ਔਰ ਖਾਲਸਾ ਸ਼ਤਕ ਜਿਹੜਾ ਗ੍ਰੰਥ ਹੈ ਇਹ ਹੋਂਦ ਵਿੱਚ ਆਇਆ। ਪਰ ਅੱਜ ਦੁਖਾਂਤ ਹੈ ਕਿ ਇਹਨਾਂ ਦੀਆਂ ਲਿਖੀਆਂ ਹੋਈਆਂ ਕੋਈ ਵੀ ਜਿਹੜੀ ਕਿਤਾਬ ਹੈ, ਚੱਕਧਾਰ ਚਰਿਤਰ, ਚਾਰ ਚੰਦਰਕਾ ਟੀਕਾ, ਉਹ ਵੀ ਨਹੀਂ ਮਿਲਦਾ ਹੈ। ਖਾਲਸਾ ਸ਼ਤਕ ਵੀ ਜਿਹੜਾ ਹੈ ਉਹ ਵੀ ਬਹੁਤ ਕਠਿਨ ਹੈ, ਮਿਲਦਾ ਹੀ ਨਹੀਂ ਹੈ। ਅੱਜ ਗੁਰਮੁਖ ਪਿਆਰੇ ਦੱਸ ਰਹੇ ਸੀ, ਮਹੰਤ ਅਮਨਦੀਪ ਸਿੰਘ ਕਹਿੰਦੇ ਸਾਡੇ ਕੋਲ PDF ਹੈ, ਉਹ PDF ਦੇਣਗੇ ਜ਼ਰੂਰ। ਤੋ ਮਤਲਬ ਕਿ ਸਾਡੀ, ਮੈਂ ਆਪਣੀ ਸੰਪਰਦਾ ਨੂੰ ਵੀ ਇਹ ਬੇਨਤੀ ਕਰਾਂਗਾ ਕਿ ਆਪਣੇ ਕੋਲ ਬਹੁਤ ਪਾਤਸ਼ਾਹ ਦੀ ਰਹਿਮਤ ਹੈ, ਕਿਰਪਾ ਹੈ, ਗੁਰੂ ਮਹਾਰਾਜ ਮਿਹਰ ਕਰਨ, ਆਪਾਂ ਨੂੰ ਇਹਨਾਂ ਗ੍ਰੰਥਾਂ ਨੂੰ ਉੱਚ ਪੱਧਰ ਤੇ ਸੰਭਾਲਣ ਦਾ ਯਤਨ ਕਰਨਾ ਚਾਹੀਦਾ ਹੈ। ਬਾਬਾ ਮਹਿਮੀ ਸ਼ਾਹ ਜੀ ਦੀਆਂ ਰਚਨਾਵਾਂ, ਬਾਬਾ ਰੰਗਰੇਜ਼ ਜੀ ਦੀਆਂ ਰਚਨਾਵਾਂ ਬੜੀਆਂ ਬੇਮਿਸਾਲ ਨੇ। ਆਪਾਂ ਨੂੰ ਇਹ ਜਿਹੜੇ ਗ੍ਰੰਥ ਸਾਡੇ ਅਲੋਪ ਹੋ ਰਹੇ ਹੈ, ਪੰਡਤ ਤਾਰਾ ਸਿੰਘ ਨਰੋਤਮ ਜੀ, ਕੱਲ ਇਹਨਾਂ ਤੇ ਆਪਾਂ ਕੋਸ਼ਿਸ਼ ਕਰਾਂਗੇ। ਇਹਨਾਂ ਨੇ ਕਿੰਨੇ ਬੇਸ਼ੁਮਾਰ ਗ੍ਰੰਥ ਲਿਖੇ ਹੈ, ਪਰ ਉਹ ਗ੍ਰੰਥ ਅੱਜ ਮਿਲ ਨਹੀਂ ਰਹੇ, ਅਵੇਲੇਬਲ ਨਹੀਂ ਹੋ ਰਹੇ। ਤਾਂ ਆਪਾਂ ਸਾਰਿਆਂ ਨੂੰ ਇਹਦੇ ਤੇ ਯਤਨ ਕਰਨਾ ਚਾਹੀਦਾ ਹੈ। ਸੋ ਇਹ ਸੀ ਖਾਲਸਾ ਸ਼ਤਕ ਦੇ ਉੱਤੇ, ਪੰਡਤ ਜੀ ਦੇ ਜੀਵਨ ਦੇ ਉੱਤੇ ਇੰਨੇ ਗੁਰਮੁਖ ਪਿਆਰੇ ਮਹਾਨ ਵਿਦਵਾਨ ਹੋਏ ਹੈ। ਤਾਂ ਆਪਾਂ ਸਾਰਿਆਂ ਨੂੰ ਇਹਨਾਂ ਦੇ ਜੀਵਨ ਤੋਂ ਸੇਧ ਲੈ ਕੇ ਗੁਰੂ ਪੰਥ ਪ੍ਰਤੀ ਆਪਣੀ ਜ਼ਿੰਮੇਵਾਰੀਆਂ ਨਿਭਾਉਣੀਆਂ ਚਾਹੀਦੀਆਂ। ਆਪ ਗੁਰਮਤ ਦੇ ਵਿੱਚ ਹੋ ਕੇ, ਆਪ ਨਾਮ ਰਸ ਦੇ ਵਿੱਚ ਹੋ ਕੇ ਆਪਾਂ ਹੋਰਾਂ ਨੂੰ ਵੀ ਨਾਮ ਰਸ ਨਾਲ ਜੋੜੀਏ। ਇੰਨੀ ਬੇਨਤੀ ਪ੍ਰਵਾਨ ਕਰਨਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।